ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੋਏ ਮੀਡੀਆ ਦੇ ਰੂਬਰੂ। ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਦੋਗਲੇ ਕਿਰਦਾਰ ਦੀ ਕੀਤੀ ਨਿਖੇਧੀ। ਜਿਹੜੀ ਨੀਤੀ ਕੇਂਦਰ ਸਰਕਾਰ ਨੇ ਅਪਣਾਈ ਹੋਈ ਹੈ ਉਹ ਸਖਤ ਸ਼ਬਦਾਂ ਦੇ ਵਿੱਚ ਨਿੰਦਣਯੋਗ ਹੈ। 7.5 ਘੰਟੇ ਤੁਸੀਂ ਕਿਸਾਨਾਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਉੱਥੇ ਬੁਲਾ ਕੇ ਮੀਟਿੰਗ ਕਰ ਰਹੇ ਹੋ। ਜੇ ਨੀਅਤ ਸਾਫ਼ ਹੋਵੇ ਤਾਂ 7.5 ਮਿੰਟ ਦਾ ਕੰਮ ਹੈ ਇਹ ਕਿ ਜੀ ਅਸੀਂ ਸਾਰੇ ਬਿੱਲ ਦੇਖ ਲਏ, ਤੁਹਾਡੇ ਪੁਆਇੰਟ ਵੀ ਦੇਖ ਲਏ, ਬਿਲਕੁਲ ਜਾਇਜ਼ ਪੁਆਇੰਟ ਨੇ। ਅਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੇ ਹਾਂ ਤੇ MSP ਦੀ ਕਾਨੂੰਨੀ ਗਰੰਟੀ ਦਾ ਜਿਹੜਾ ਬਿੱਲ ਹੈ ਉਹ ਲੈ ਕੇ ਆਵਾਂਗੇ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅੱਜ ਮੀਡੀਆ ਦੇ ਰੂਬਰੂ ਹੋਏ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਕੇਂਦਰ ਸਰਕਾਰ ਤੁਰੰਤ ਪਾਰਲੀਮੈਂਟ ਦਾ ਸੈਸ਼ਨ ਬੁਲਾਵੇ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹਠੀ ਰਵੱਈਆ ਇਹ ਸਿੱਧ ਕਰਦਾ ਹੈ ਕਿ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਕਿਸਾਨ ਵਿਰੋਧੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਕੇਵਲ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਕਹਿ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਦਬਣ ਵਾਲਾ ਨਹੀਂ ਹੈ। ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਦੋਗਲੇ ਕਿਰਦਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇੱਕ ਪਾਸੇ ਦਾ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ, ਦੂਜੇ ਪਾਸੇ ਕਿਸਾਨ ਮੋਰਚਿਆਂ ਦੁਆਲੇ ਸੁਰੱਖਿਆ ਦਸਤਿਆਂ ਦਾ ਘੇਰਾ ਵਧਾਇਆ ਜਾ ਰਿਹਾ ਹੈ। ਤੁਸੀਂ ਵੀ ਸੁਣੋ ਕੀ ਕਹਿਣਾ ਹੈ ਭਗਵੰਤ ਮਾਨ ਦਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪ੍ਰਿੰਟ ਮੀਡੀਆ ਤੋਂ, ਇਲੈਕਟ੍ਰੋਨਿਕ ਮੀਡੀਆ ਤੋਂ, ਸੋਸ਼ਲ ਮੀਡੀਆ ਤੇ ਜਿੰਨੇ ਵੀ ਮੰਚਾਂ ਤੋਂ ਤੁਸੀਂ ਇੱਥੇ ਪਹੁੰਚੇ ਹੋ। ਮੈਂ 3-4 ਪੁਆਇੰਟ ਜਿਹੜੇ ਨੇ ਬੜੇ ਮਹੱਤਵਪੂਰਨ ਖਾਸ ਪੁਆਇੰਟ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹੂੰਗਾ ਤੁਹਾਡੇ ਜ਼ਰੀਏ, ਤਾਂ ਕਿ ਪਤਾ ਲੱਗੇ ਸਾਰਿਆਂ ਨੂੰ ਕਿ ਜਿਹੜਾ ਇੱਕ ਕਿਸਾਨੀ ਦਾ ਸੰਘਰਸ਼ ਹੈ ਇਹਦੇ ਵਿੱਚੋਂ ਕੀ ਨਿਕਲ ਸਕਦਾ ਹੈ, ਕੀ ਹੋ ਕਰ ਸਕਦੀ ਹੈ ਸਰਕਾਰ ਜੇ ਨੀਅਤ ਸਾਫ਼ ਹੋਵੇ, ਤੇ ਕਿਸ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਇਸ ਸੰਘਰਸ਼ ਨੂੰ ਫਿੱਕਾ ਪਾਉਣ ਦੀਆਂ ਚੱਲ ਰਹੀਆਂ। ਸਭ ਤੋਂ ਪਹਿਲਾਂ ਤਾਂ ਕੱਲ੍ਹ ਜੋ ਹੋਇਆ, ਬੜੀ ਉਮੀਦ ਸੀਗੀ, ਅਰਦਾਸਾਂ ਕੀਤੀਆਂ ਲੋਕਾਂ ਨੇ ਕਿ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਹੈ ਤੇ ਕੋਈ ਹੱਲ ਨਿਕਲਿਆ ਆਵੇ ਤਾਂ ਇਹ ਜਿਹੜਾ ਸੰਘਰਸ਼, ਜਿਹੜਾ ਅੰਦੋਲਨ ਚੱਲ ਰਿਹਾ ਉਹ ਤੋਂ ਮੁਕਤੀ ਮਿਲੇ, ਕਾਨੂੰਨ ਵਾਪਸ ਲੈ ਲਏ ਜਾਣ ਤੇ MSP ਦੀ ਕਾਨੂੰਨੀ ਗਰੰਟੀ ਦਾ ਬਿੱਲ ਪਾਸ ਕੀਤਾ ਜਾਵੇ। ਪਰ ਜਿਸ ਤਰ੍ਹਾਂ ਦੀ ਟਾਲ ਮਟੋਲ ਦੀ, ਅੜੀਅਲ ਰਵੱਈਏ ਦੀ ਜਿਹੜੀ ਨੀਤੀ ਕੇਂਦਰ ਸਰਕਾਰ ਨੇ ਅਪਣਾਈ ਹੋਈ ਹੈ ਉਹ ਸਖਤ ਸ਼ਬਦਾਂ ਦੇ ਵਿੱਚ ਨਿੰਦਣਯੋਗ ਹੈ। 7.5 ਘੰਟੇ ਤੁਸੀਂ ਕਿਸਾਨਾਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਉੱਥੇ ਬੁਲਾ ਕੇ ਮੀਟਿੰਗ ਕਰ ਰਹੇ ਹੋ। ਜੇ ਨੀਅਤ ਸਾਫ਼ ਹੋਵੇ ਤਾਂ 7.5 ਮਿੰਟ ਦਾ ਕੰਮ ਹੈ ਇਹ ਕਿ ਜੀ ਅਸੀਂ ਸਾਰੇ ਬਿੱਲ ਦੇਖ ਲਏ, ਤੁਹਾਡੇ ਪੁਆਇੰਟ ਵੀ ਦੇਖ ਲਏ, ਬਿਲਕੁਲ ਜਾਇਜ਼ ਪੁਆਇੰਟ ਨੇ। ਅਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੇ ਹਾਂ ਤੇ MSP ਦੀ ਕਾਨੂੰਨੀ ਗਰੰਟੀ ਦਾ ਜਿਹੜਾ ਬਿੱਲ ਹੈ ਉਹ ਲੈ ਕੇ ਆਵਾਂਗੇ। ਮੈਂ ਤਾਂ ਇਹ ਕਹੂੰਗਾ ਕਿ ਗੈਰ ਮਨੁੱਖੀ ਵਿਹਾਰ ਹੈ BJP ਦਾ ਇਹ, ਕਿਉਂਕਿ 80 ਸਾਲ ਦੀਆਂ ਮਾਵਾਂ, 85 90 ਸਾਲ ਦੇ ਬਜ਼ੁਰਗ, ਬੱਚੇ ਇੰਨੀ ਠੰਡ ਦੇ ਵਿੱਚ ਉੱਥੇ ਬੈਠੇ ਨੇ ਤੇ ਇਹ ਪਤਾ ਨਹੀਂ ਕਿਹੜੇ ਸਬਰ ਦਾ ਇਮਤਿਹਾਨ ਲੈਂਦੇ ਨੇ ਕਿ 5 ਦਿਨ ਹੋਰ ਦੇਖ ਲੈਂਦੇ ਹਾਂ, 10 ਦਿਨ ਹੋਰ ਦੇਖ ਲੈਂਦੇ ਹਾਂ। ਇਹ ਸ਼ਾਇਦ ਇਹਨਾਂ ਦੀ ਇਹ ਗਲਤਫਹਿਮੀ ਹੈ ਕਿ 5 ਦਿਨ, 10 ਦਿਨ, 15 ਦਿਨ ਟਾਲ ਕੇ ਇਹ ਅੰਦੋਲਨ ਫਿੱਕਾ ਪੈ ਜਾਊਗਾ। ਇਹ ਅੰਦੋਲਨ ਪੰਜਾਬ ਤੋਂ 3 ਮਹੀਨੇ 300 ਜਗ੍ਹਾ ਤੋਂ, ਰੇਲਵੇ ਟਰੈਕਾਂ ਤੋਂ, ਟੋਲ ਪਲਾਜ਼ਿਆਂ ਤੋਂ ਚੱਲਿਆ ਹੋਇਆ। ਸੋ ਇਹ 5-7 ਦਿਨ, 10 ਦਿਨਾਂ 'ਚ ਫਿੱਕਾ ਪੈਣ ਵਾਲੀ ਜੇ ਸਰਕਾਰ ਕੋਲੇ ਕੋਈ ਇਸ ਤਰ੍ਹਾਂ ਦੀ ਖੁਸ਼ਫਹਿਮੀ ਹੈ ਤਾਂ ਉਹਨੂੰ ਛੱਡ ਦੇਣਾ ਚਾਹੀਦਾ। ਮੈਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ ਨੂੰ 2 ਤਰੀਕ ਨੂੰ ਚਿੱਠੀ ਲਿਖੀ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇ। ਉਹ ਪਰਿਵਾਰਾਂ ਸਮੇਤ ਉੱਥੇ ਠੰਡ 'ਚ ਬੈਠੇ ਨੇ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ। ਜੇ
GST ਕਾਨੂੰਨ ਲਾਗੂ ਕਰਨ ਵੇਲੇ ਅੱਧੀ ਰਾਤ ਨੂੰ 12 ਵਜੇ ਪਾਰਲੀਮੈਂਟ ਖੁਲਵਾ ਸਕਦੇ ਨੇ ਮੋਦੀ ਜੀ, ਤਾਂ ਫਿਰ ਆ ਕਾਲੇ ਕਾਨੂੰਨ ਨੂੰ ਵਾਪਸ ਲੈਣ ਵੇਲੇ ਕਿਉਂ ਨਹੀਂ ਖੁਲਵਾਈ ਜਾ ਸਕਦੀ ਪਾਰਲੀਮੈਂਟ ਸਪੈਸ਼ਲ ਸੈਸ਼ਨ? ਕਈ ਵਾਰੀ ਫੈਸਲੇ ਸਰਕਾਰਾਂ ਕਰਾਉਣ ਵੇਲੇ ਰਾਤ ਨੂੰ ਸੁਪਰੀਮ ਕੋਰਟ ਖੁਲਾ ਲੈਂਦੇ ਨੇ, ਤੇ ਫਿਰ ਪਾਰਲੀਮੈਂਟ ਕਿਉਂ ਨਹੀਂ ਖੁੱਲ ਸਕਦੀ? ਇਹਨੂੰ ਹਜੇ ਤੱਕ ਸਿਰਫ ਪੰਜਾਬ ਦਾ ਮਸਲਾ ਕਹਿ ਕੇ ਇਹਨੂੰ ਅੰਦੋਲਨ ਦੀ ਜਿਹੜੀ ਧਾਰ ਹੈ ਉਹਨੂੰ ਕੁੰਡੀ ਕਰਨੀ ਚਾਹੁੰਦੇ ਨੇ। ਪੰਜਾਬ ਲੀਡ ਕਰ ਰਿਹਾ ਹੈ, ਮਸਲਾ ਪੂਰੇ ਦੇਸ਼ ਦਾ ਹੈ। ਆਜ਼ਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਸੀ, ਆਜ਼ਾਦੀ ਪੂਰੇ ਮੁਲਕ ਨੂੰ ਮਿਲੀ ਸੀ। ਬਿਲਕੁਲ ਉਸੇ ਤਰ੍ਹਾਂ ਖੇਤੀ ਦੇ ਇਹਨਾਂ ਕਾਨੂੰਨਾਂ ਦੇ ਵਿਰੁੱਧ ਪੰਜਾਬ ਲੀਡ ਕਰ ਰਿਹਾ ਹੈ। ਇਹਨਾਂ ਕਾਨੂੰਨਾਂ ਤੋਂ ਨਿਜਾਤ, ਇਹਨਾਂ ਕਾਨੂੰਨਾਂ ਤੋਂ ਆਜ਼ਾਦੀ ਪੂਰੇ ਮੁਲਕ ਦੇ ਕਿਸਾਨਾਂ ਨੂੰ ਮਿਲੂਗੀ। ਸੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰ ਰਹੀ ਹੈ। ਦੇਖੋ, ਜਿਹੜੇ ਕਿਸਾਨਾਂ ਦਾ ਅੰਦੋਲਨ ਹੈ ਉਹਦੇ ਵਿੱਚ ਹੋਰ ਵੀ ਤਰ੍ਹਾਂ ਦੇ ਦੇਖੋ ਸ਼ਰਾਰਤੀ ਅੰਸਰ ਵੀ ਕਿਸਾਨ ਆਪ ਪਹਿਰਾ ਰੱਖ ਰਹੇ ਨੇ, ਸ਼ਰਾਰਤੀ ਅੰਸਰ ਵੀ ਫੜੇ ਗਏ ਨੇ। ਕਿਵੇਂ ਨਾ ਕਿਵੇਂ ਇਹ ਇਸ ਅੰਦੋਲਨ ਨੂੰ ਵਿਸ਼ੇ ਤੋਂ ਮੰਜ਼ਿਲ ਤੋਂ ਭਟਕਾਉਣ ਦੀਆਂ ਚਾਲਾਂ ਚੱਲ ਰਹੇ ਨੇ। ਬੇਹੱਦ ਸ਼ਰਮਨਾਕ ਗੱਲ ਹੈ। ਸੋ ਮਨ 'ਚ ਕੁਝ ਹੋਰ ਹੈ, ਜ਼ੁਬਾਨ ਤੇ ਕੁਝ ਹੋਰ ਹੈ, ਨੀਅਤ ਸਾਫ਼ ਨਹੀਂ ਹੈਗੀ, ਨੀਅਤ ਖੋਟੀ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਹੋਰ ਪਾਰਟੀਆਂ ਦੇ MPs ਨੇ ਵੀ ਲਿਖਿਆ ਸਪੀਕਰ ਸਾਹਿਬ ਨੂੰ ਸਪੈਸ਼ਲ ਸੈਸ਼ਨ ਦਾ, ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾ ਹੋਰ ਕੋਈ ਐਸੀ ਮੰਗ ਨਹੀਂ ਹੈਗੀ ਜਿਹਦੇ ਨਾਲ ਇਹ ਮਸਲਾ ਹੱਲ ਹੋ ਜੇ। ਸੋ ਖੇਤੀ ਦੇ ਕਾਨੂੰਨ ਵਾਪਸ ਲਓ। ਦੇਖੋ, ਜੇ ਇਸ ਵਕਤ ਕੋਈ ਬੇਮੌਸਮੇ ਗੜੇ ਪੈ ਜਾਣ, ਰੱਬ ਨਾ ਕਰੇ, ਉਹ ਵੀ ਕੇਜਰੀਵਾਲ ਤੇ ਲਾਉਣਗੇ ਇਹ। ਜੇ ਜ਼ਿਆਦਾ ਗਰਮੀ ਪੈ ਜੇ ਉਹ ਵੀ ਕੇਜਰੀਵਾਲ ਕਰਕੇ ਹੈ, ਜੇ ਜ਼ਿਆਦਾ ਠੰਡ ਪੈ ਜੇ ਉਹ ਵੀ ਕੇਜਰੀਵਾਲ ਕਰਕੇ ਹੈ। ਸੋ ਉਹ ਤਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਅਸੀਂ ਤਾਂ ਉਹਨਾਂ ਦੀ ਸੇਵਾ ਭਾਵ ਨਾਲ ਸੇਵਾ ਕਰ ਰਹੇ ਹਾਂ। ਉਹਨਾਂ ਨੂੰ ਜੋ ਚਾਹੀਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਉਹ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ। ਅਸੀਂ ਕਿਉਂ ਸ਼ਾਂਤੀ ਖਰਾਬ ਕਰਾਂਗੇ ਜੀ ਉਹਨਾਂ ਦੀ? ਅਸੀਂ ਖੁਦ ਕਹਿੰਦੇ ਹਾਂ ਕਿ ਸ਼ਾਂਤੀਪੂਰਵਕ ਸੰਘਰਸ਼ ਹੈ। ਸਾਥੋਂ ਜੇਲ੍ਹਾਂ ਵਾਸਤੇ ਉਹਨਾਂ ਨੇ 9 ਸਟੇਡੀਅਮਾਂ ਦੀ ਪਰਮਿਸ਼ਨ ਮੰਗੀ ਸੀ ਕਿ ਜੇਲ੍ਹਾਂ ਬਣਾਵਾਂਗੇ। ਕੀ ਗੱਲ ਕੋਈ ਫੌਜ ਚੜ੍ਹ ਕੇ ਆ ਰਹੀ ਸੀ? ਕੋਈ ਜੰਗੀ ਕੈਦੀ ਰੱਖਣੇ ਸੀ ਉੱਥੇ? ਤਾਂ ਅਸੀਂ ਕਿਹਾ ਵੀ ਜਦੋਂ ਸ਼ਾਂਤੀਪੂਰਨ ਸੰਘਰਸ਼ ਹੈ ਉਹਨਾਂ ਦਾ, ਸੰਵਿਧਾਨ 'ਚ ਉਹਨਾਂ ਨੂੰ ਹੱਕ ਹੈ, ਉਹ ਕਰ ਸਕਦੇ ਨੇ, ਤਾਂ ਅਸੀਂ ਜੇਲ੍ਹਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਤੋਂ ਬਾਅਦ ਬਸ ਇਹ ਦੋ ਅਕਾਲੀ ਦਲ, ਕਾਂਗਰਸ, BJP ਸਾਰੇ ਕੇਜਰੀਵਾਲ ਦੇ ਪਿੱਛੇ ਪੈ ਗਏ। ਤਾਂ ਸਾਡੀ ਤਾਂ ਆਪਦੀ ਪਾਰਟੀ ਅੰਦੋਲਨ 'ਚੋਂ ਨਿਕਲੀ ਹੈ ਜੀ, ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਹੈ। ਉੱਥੇ ਵੀ ਕੋਸ਼ਿਸ਼ਾਂ ਹੋਈਆਂ ਸੀ ਕਿ ਇਹ ਸੰਘਰਸ਼ ਨੂੰ ਕੋਈ ਹੋਰ ਰੂਪ ਦਿੱਤਾ ਜਾਵੇ, ਪਰ ਜਦੋਂ ਲੋਕ ਆਪ ਮੂਹਰੇ ਲੱਗੇ ਹੋਣ ਫਿਰ ਇਸ ਤਰ੍ਹਾਂ ਦੀ ਕੋਈ ਚਾਲ ਇਹਨਾਂ ਦੀ ਕੋਈ ਸ਼ਰਾਰਤੀ ਅੰਸਰ ਭੇਜਣ ਦੀ ਜਾਂ ਕੋਈ ਹੋਰ, ਇਹ ਕਾਮਯਾਬ ਨਹੀਂ ਹੋ ਸਕਦਾ। ਬਾਲੀਵੁੱਡ ਦੇ ਕਲਾਕਾਰ ਵੀ ਖਿਲਾਫਤ ਕਰ ਰਹੇ ਨੇ ਕਿਸਾਨੀ ਦੀ। ਟਵੀਟ ਵਾਰ ਚੱਲ ਰਹੀ ਹੈ ਇਸ ਵਕਤ। ਕਮਿਸ਼ਨਰ ਨੋਟ ਵਰਗੇ ਕਹਿੰਦੇ ਨੇ ਕਿ 100 ਰੁਪਏ 'ਚ ਬੀਬੀਆਂ ਜਿਹੜੀਆਂ ਉਹ ਆਉਂਦੀਆਂ ਕਿਰਾਏ ਤੇ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨੀ ਦੇ ਖਿਲਾਫ ਇੱਕ RSS ਦੀ BJP ਦੀ ਭਾਸ਼ਾ ਬੋਲੀ ਜਾ ਰਹੀ ਹੈ हिंदी ਚ? देखिए, कंगना रनौत ने जो ट्वीट किया एक बुजुर्ग महिला के लिए कि वो 100 रुपया दिहाड़ी पर आती हैं, बहुत ही अपमानजनक, बहुत ही शर्मनाक है। एक लेडी के खिलाफ बोल रही है, और उस माता ने जो जवाब दिया उससे तो मतलब मैं कह सकता हूँ कि बहुत तसल्ली मिली दिल को। उसने कहा कि मैं 100 रुपये की नहीं, तू मेरे साथ खेत में आके काम कर, तुझे 5-7 रुपये ज़्यादा दूंगी। मतलब एक 80-85 साल की महिला के लिए आप ऐसे अपने बैठ के AC बंगलों में आप बयान दे रहे हैं, शर्म आनी चाहिए। और जितना भी इसका विरोध किया जाए उतना कम है। अरविंद केजरीवाल जी ने यह गल स्पष्ट की है कि ਜਿਹੜੇ ਇਹ ਕਾਨੂੰਨ ਨੇ ਉਹਨਾਂ ਦਾ ਤਾਂ ਉਹਦੇ ਨਾਲ ਕੋਈ ਸੰਬੰਧ ਹੀ ਨਹੀਂ, ਉਹ ਤਾਂ ਮੰਡੀ ਦੀ ਐਕਸਟੈਂਡੇਸ਼ਨ ਵਾਸਤੇ ਹੈ। ਪਰ ਇਹ ਹਰ ਵਕਤ ਕੇਜਰੀਵਾਲ ਮੈਂ ਪਹਿਲਾਂ ਵੀ ਕਿਹਾ, ਜਿਹੜੇ ਕੈਪਟਨ ਸਾਹਿਬ ਨੇ ਉਹ BJP ਦੇ ਮੁੱਖ ਮੰਤਰੀ ਨੇ, ਜੋ ਦਿੱਲੀ ਗਏ ਨੇ, ਅਮਿਤ ਸ਼ਾਹ ਨੇ ਬੁਲਾਇਆ, ਨਾ ਤਾਂ ਆਪਦੀ ਹਾਈ ਕਮਾਂਡ ਨੂੰ ਮਿਲੇ, ਨਾ ਸੋਨੀਆ ਗਾਂਧੀ ਨੂੰ ਪ੍ਰਧਾਨ ਨੂੰ ਵੀ ਕੀ ਕਹਿਣਾ, ਕੀ ਗੱਲ ਕਰੀਏ, ਸਿੱਧੇ ਗਏ ਔਰ ਸਿੱਧੇ ਹੀ ਵਾਪਸ ਆਏ ਨੇ। ਪਤਾ ਨਹੀਂ ਕੀ ਗਿਟਮਿਟ ਕਰਕੇ ਆਏ ਨੇ। ਆ ਕੇ ਉਹਨਾਂ ਦਾ ਫਰਜ਼ ਬਣਦਾ ਸੀ ਦੱਸਣਾ ਕਿ ਆਹ ਗੱਲ ਹੋਈ ਆ ਅਮਿਤ ਸ਼ਾਹ ਨਾਲ। ਆ ਕੇ ਸਿਰਫ ਇਹ ਦੱਸਿਆ ਜੀ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਬਣ ਜਾਊਗਾ, ਇਹਨੂੰ ਜਿਹੜਾ ਛੇਤੀ ਹੱਲ ਕਰ ਦਿਓ। ਮੈਨੂੰ ਨਹੀਂ ਸਮਝ ਆਉਂਦੀ ਕਿ ਕੈਪਟਨ ਸਾਹਿਬ ਹਰ ਗੱਲ 'ਚ ਕਿਸਾਨਾਂ ਦੇ ਅੰਦੋਲਨ ਦੀ ਬਾਰੇ ਗੱਲ ਕਰਦੇ ਹੋਏ ਕਦੇ ਪਾਕਿਸਤਾਨ ਕਦੇ ਨੈਸ਼ਨਲ ਸਿਕਿਉਰਿਟੀ ਕਿਉਂ ਵਿੱਚ ਲੈ ਆਉਂਦੇ ਆ। ਸੋ ਕਿਤੇ ਨਾ ਕਿਤੇ ਇਹ ਨਹੀਂ ਜੀ, ਉਹ ਅਸੀਂ ਕਲੀਅਰ ਕਰਤਾ। ਅਸੀਂ ਤਾਂ 12 ਅਕਤੂਬਰ 2020 ਨੂੰ ਪਹਿਲੀ ਵਾਰ ਪੰਜਾਬ ਦੇ ਸਾਰੇ MLA, ਦਿੱਲੀ ਦੇ ਮੰਤਰੀ, ਅਰਵਿੰਦ ਕੇਜਰੀਵਾਲ ਜੀ ਖੁਦ ਜੰਤਰ ਮੰਤਰ ਤੇ ਧਰਨਾ ਦੇ ਕੇ ਕਿਹਾ ਸੀ ਕਾਨੂੰਨ ਵਾਪਸ ਲਓ।
ਸੋ ਅਸੀਂ ਅੱਜ ਵੀ ਕਹਿੰਦੇ ਆ ਇਹ ਕਾਨੂੰਨ ਵਾਪਸ ਲਓ। ਮੈਂ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਹੈ ਸਪੈਸ਼ਲ, ਅਧੀਰ ਰੰਜਨ ਚੌਧਰੀ ਜੀ ਨੇ ਲਿਖੀ ਹੈ, ਹੋਰ ਵੀ ਐਮਪੀਆਂ ਨੇ ਲਿਖੀ ਹੈ ਕਿ ਇੱਕ ਦਿਨ ਦਾ ਸੈਸ਼ਨ ਬੁਲਾ ਲਓ, ਇਹ ਕਾਨੂੰਨ ਵਾਪਸ ਲੈ ਲਓ, ਅਸੀਂ ਤੁਹਾਡਾ ਸਮਰਥਨ ਕਰਾਂਗੇ। ਤੁਸੀਂ ਇਹ ਗੱਲ ਵੀ ਐਡਮਿਟ ਕਰ ਲਓ कि साथों गलती होगी, जिमें कानून पास कराए ने, हाँ, जो इस कानून के पक्ष में हाँ कहें, जो इस पक्ष में नहीं है ना कहें, हाँ वालों की जीत हुई, हाँ वालों की जीत आए हैं, इदा धक्के नाल पास कराए ने। की लोड़ पई सी, किहड़ी एमरजेंसी आई सी कि ਜਿਹੜੇ ਇਹ ਕਾਨੂੰਨ ਉਹਨਾਂ ਕਰੋਨਾ ਦੀ ਆਫਤਾਂ ਦੇ ਵਿੱਚ ਜਿਹੜਾ एक पास कराने पै गए। सो आपदा में से अफसर ढूंढ रहे हैं जो कि जिस मकसद में बीजेपी की सरकार टोटल फेल हुई है, और किसान जो हैं पूरे देश के वो एकजुट हैं, और ये लोक आंदोलन है, किसान आंदोलन है, और इसको कामयाब करने के लिए आम आदमी पार्टी दिल्ली में सरकार है, जितना भी उनकी सुविधा के लिए खातिरदारी कर सकती है हम करते रहेंगे। मान साहब एक सवाल हो रहा है, ਜਿਹੜੀ ਮੀਟਿੰਗਾਂ ਹੋ ਰਹੀਆਂ ਉਹਦੇ ਵਿੱਚ ਹਰਿਆਣਾ ਦੇ ਜਿਹੜੇ ਕਿਸਾਨ ਨੇ ਜਥੇਬੰਦੀ ਉਹਨਾਂ ਨੂੰ ਲੈ ਕੇ ਜਾ ਰਹੇ, ਪੰਜਾਬ ਨੂੰ ਲੈ ਕੇ ਜਾ ਰਹੇ ਨੇ, ਕਿਤੇ ਨਾ ਕਿਤੇ ਤਾਲਮੇਲ नहीं नहीं हरियाणा के गुरनाम सिंह ਚੜੂਣੀ ਗਏ ਸੀਗੇ। ਨਾ ਕਰਤੀ ਸੀ ਹਰਿਆਣਾ ਦੇ ਲੈ ਕੇ। ਨਹੀਂ ਕੱਲ ਜਿਹੜੀ ਇੱਕ ਗੱਲ ਹੋਰ ਮੈਂ ਦੱਸਦਾ ਕਿ ਕਿਸਾਨਾਂ ਨੇ ਕੱਲ ਜਿਹੜੀ ਇੱਕ ਬਹੁਤ ਵਧੀਆ ਗੱਲ ਕੀਤੀ ਕਿ ਸਰਕਾਰ ਵੱਲੋਂ ਉਹਨਾਂ ਨੂੰ ਲੰਚ ਆਫਰ ਕੀਤਾ ਗਿਆ। ਉਹ ਕਹਿੰਦੇ ਅਸੀਂ ਤੁਹਾਡਾ ਨਮਕ ਨਹੀਂ ਖਾਣਾ, ਅਸੀਂ ਤਾਂ ਆਪਣਾ ਲੰਗਰ ਲੈ ਕੇ ਆਏ ਹਾਂ। ਕੱਲ ਉੱਥੇ ਚੰਡੂਣੀ ਸਾਹਿਬ ਹੀ ਗੁਰਨਾਮ ਸਿੰਘ ਜੀ ਜਿਹੜੇ ਹਰਿਆਣਾ ਦੇ ਪ੍ਰਧਾਨ ਨੇ, ਤੇ ਉਹਨਾਂ ਨੇ ਉਹ ਥੱਲੇ ਬਹਿ ਕੇ ਰੋਟੀ ਖਾ ਰਹੇ ਸੀ। ਸੋ ਉਹਨਾਂ ਨੇ ਦੱਸਤਾ ਇਹ ਕਿ ਅਸੀਂ ਭੁੱਖੇ ਨਹੀਂ ਮਰਦੇ, ਕਿਤੇ ਸੋਚੋ ਅਸੀਂ ਥੋੜੀ ਰੋਟੀ ਖਾਣ ਆਏ ਹਾਂ ਜਾਂ ਅਸੀਂ ਥੋੜੀ ਚਾਹ ਪੀਣ ਆਏ ਹਾਂ। ਅਸੀਂ ਅੰਨਦਾਤਾ ਹਾਂ, ਅਸੀਂ ਜੇ ਲੋਕਾਂ ਵਾਸਤੇ ਉਗਾ ਸਕਦੇ ਹਾਂ, ਆਪਦੇ ਵਾਸਤੇ ਵੀ ਉਗਾ ਸਕਦੇ ਹਾਂ। ਸੋ ਇਸ ਗੱਲ ਤੋਂ ਸਮਝਣਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਕਿ ਉਹ ਏਸੀ ਕਮਰਿਆਂ 'ਚ ਵਧੀਆ ਪਲੇਟਾਂ 'ਚ ਜਾਂ ਚਾਂਦੀ ਦੇ ਚਮਚਿਆਂ ਨਾਲ ਰੋਟੀ ਖਾਣ ਵਾਲੇ ਨਹੀਂ ਹੈਗੇ। ਉਹ 2 ਰੋਟੀਆਂ ਤੇ ਗੰਢਾ ਧਰ ਕੇ ਤੇ 4 ਧਰ ਕੇ ਰੋਟੀ ਖਾਣ ਵਾਲੇ ਨੇ। ਉਹ ਗਰਾਊਂਡ 'ਚੋਂ ਨਿਕਲੇ ਹੋਏ ਨੇ, ਜ਼ੀਰੋ ਗਰਾਊਂਡ ਤੋਂ ਜੀ। ਮੀਟਿੰਗ ਕਰਦੇ ਆ, ਉਹ ਕਹਿੰਦੇ ਕਿ ਕੇਂਦਰ ਹਾਰ ਜਿਹੜੀ ਕਿਸਾਨੀ ਲੜਾਈ ਹੈ ਪੰਜਾਬ ਦੇ ਨਾਲ ਲੜਾਈ ਨਹੀਂ। ਕੈਪਟਨ ਸਾਹਿਬ ਤਾਂ ਜੀ ਕੀ ਕਹਿ ਸਕਦੇ ਹਾਂ, ਉਹ ਹੁਣ ਕਹਿੰਦੇ ਪੰਜਾਬ ਨਾਲ ਕੋਈ ਲੜਾਈ ਨਹੀਂ ਹੈ, ਕੇਂਦਰ ਨਾਲ ਲੜਾਈ ਹੈ। ਤੇ ਲੜਨਾ ਕੀ ਨੇ ਫਿਰ? ਹੈੱਡ ਕੌਣ ਹੈ ਸਟੇਟ ਦਾ? ਮੁੱਖ ਮੰਤਰੀ ਕੌਣ ਹੈ? ਤੇ ਉਹਨਾਂ ਨੂੰ ਨਾਲ ਜਾਣਾ ਚਾਹੀਦਾ ਨਾ ਕਿ ਚਲੋ ਜੀ ਨਾਲ ਆਓ ਆਪਾਂ ਗੱਲ ਕਰਦੇ ਹਾਂ। ਹੋਰ ਮੁੱਖ ਮੰਤਰੀ ਨੂੰ ਉਹ ਬੁਲਾਉਂਦੇ ਵੀ ਆਓ ਆਪਾਂ ਗੱਲ ਕਰੀਏ। ਕਾਂਗਰਸ ਦੇ ਮੁੱਖ ਅਸ਼ੋਕ ਗਹਿਲੋਤ ਰਾਜਸਥਾਨ ਤੋਂ, ਛੱਤੀਸਗੜ੍ਹ ਤੋਂ ਬੁਲਾਓ ਉਹਨਾਂ ਨੂੰ, ਗੱਲ ਕਰੋ ਵੀ ਆਓ ਭਾਈ ਇਹ ਸਾਡੇ ਕਿਸਾਨਾਂ ਦਾ ਮੁੱਦਾ ਹੈ, ਅਸੀਂ ਹੱਲ ਕਰਾਉਣਾ ਹੈ। ਉਹ ਕੈਪਟਨ ਸਾਹਿਬ ਨੇ ਤਾਂ ਲਾਵਾਰ ਛੱਡਤੇ ਕਿਸਾਨ ਕਿ ਜਾਓ ਉੱਥੇ ਧੱਕੇ ਖਾਓ, ਉੱਥੇ ਠੰਡ 'ਚ ਮਰੋ, ਹੈ ਜੀ, ਬਦੀਨ ਹੋ। ਸੋ ਇਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀ, ਕੈਪਟਨ ਸਾਹਿਬ ਨੇ ਨਹੀਂ ਨਿਭਾਈ, ਕਿਉਂਕਿ ਉਹ ਆਪਣੇ ਫਾਰਮ ਹਾਊਸ ਦੇ ਵਿੱਚ ਬੈਠੇ ਨੇ। ਇੱਥੋਂ ਸਿੱਧੇ ਜਾਂਦੇ ਨੇ ਹੈਲੀਕਾਪਟਰ ਅਮਿਤ ਸ਼ਾਹ ਕੋਲੇ, ਅਮਿਤ ਸ਼ਾਹ ਕੋਲੋਂ ਵਾਪਸ ਆ ਜਾਂਦੇ ਨੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਚੰਡੀਗੜ੍ਹ ਤੋਂ ਕੈਮਰਾਮੈਨ ਸੋਨੂ ਜਾਂਸਲਾ ਦੇ ਨਾਲ ਹਰਦੀਪ ਕੌਰ ਵਿਰਕ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।